ਜਸਬੀਰ ਮੰਡ ਦਾ ਨਾਵਲ ਬੋਲ ਮਰਦਾਨਿਆਂ ਦੇ 20ਵੇਂ ਅੰਗ ਦਾ ਬਾਕੀ ਦਾ ਭਾਗ। ਪੜਾਅ ਲਈ ਢੁਕਵਾਂ ਟਿਕਾਣਾ ਲੱਭਦੇ ਚੌਥੇ ਪਹਿਰ ਦੇ ਆਖਰੀ ਪਲ ਆ ਗਏ ਸਨ। ਇਸ ਪਿੰਡ ਦੇ ਲੋਕਾਂ ਦੀਆਂ ਅੱਖਾਂ ਕੁਝ ਡੂੰਘਾਈ 'ਚ ਜਾ ਕੇ ਬਣੀਆਂ ਸਨ। ਇਹ ਰਾਤ ਅੰਨ੍ਹਿਆਂ ਦਾ ਪਿੰਡ ਸੀ। ਮੂੰਹ ਹਨੇਰੇ ਤੋਂ ਬਾਅਦ ਪਿੰਡੋਂ ਬਾਹਰ ਕੋਈ ਨਹੀਂ ਦਿਸਿਆ। ਗਜ਼ਾ ਕਰਕੇ ਮੁੜੇ ਸਾਧੂ ਕਹਿ ਰਹੇ ਸਨ, ਕਾਸੇ ਨੂੰ ਟੋਹ ਕੇ ਅੰਨ ਪਾਇਆ। ਕੋਈ ਡੂੰਘਾ ਸਰਾਪ ਜਾਪਦਾ। ਬਹੁਤ ਸਾਰੇ ਟੋਲਿਆਂ ਨੇ ਆਪੋ ਆਪਣੀ ਕੱਚੀ ਰਸਦ ਪਕਾਉਣ ਲਈ ਅੱਗ ਮਘਾ ਲਈ ਸੀ। ਪਿੰਡ ਦੇ ਬਾਹਰ ਇੱਕ ਟੱਬਰ ਵਰਗਾ ਆਮ ਰੌਲਾ ਸੁਣ ਰਿਹਾ ਸੀ। ਬਿਲਕੁਲ ਬੰਜਰ ਪਿੰਡ ਸੀ, ਭੂਰੇ ਰੋੜਾਂ 'ਤੇ ਵਸਿਆ ਹੋਇਆ। ਇੰਨੇ ਪੀਰ ਫਕੀਰ ਲੰਘੇ ਹੋਣਗੇ ਪਿੰਡ ਕੋਲੋਂ, ਕਿਸੇ ਦੀ ਬਖਸ਼ਿਸ਼ ਭਰੀ ਨਜ਼ਰ ਉੱਠੀ ਨਹੀਂ। ਗਧੇ ਉੱਪਰੋਂ ਸ਼ਾਸਤਰਾਂ ਦਾ ਭਾਰ ਉਤਾਰ ਉਹਨੂੰ ਚੁਗਣ ਲਈ ਛੱਡ ਉਹ ਸਾਧੂ ਮਰਦਾਨੇ ਕੋਲ ਆ ਬੈਠਾ। ਚਾਰ ਪੈਰ ਤੋਂ ਧਰਤੀ 'ਤੇ ਲਿਟਣ ਲਈ ਤਰਸਦਾ ਗਧਾ ਸਭ ਤੋਂ ਪਹਿਲਾਂ ਧਰਤੀ ਵੱਲ ਹੀ ਪਲਟਿਆ। ਚਿਮਟਿਆਂ ਦੀ ਤਲਖੀ ਅਸਮਾਨ ਵੱਲ ਦੁਲਤੀਆਂ ਮਾਰ ਕੱਢੀ। ਲਿਟਦੇ ਗਧੇ ਦੀ ਧੂੜ ਜਦੋਂ ਬਜ਼ੁਰਗ ਤੱਕ ਪਹੁੰਚੀ ਤਾਂ ਉਹ ਬੋਲਿਆ, ਇਹਦਾ ਭਾਰ ਵੀ ਵੰਡਾ ਦਿਆ ਕਰੋ ਭਾਈ। ਘੱਟ ਭਾਰ ਵੇਲੇ ਤਾਂ ਸਾਂਭਿਆ ਹੀ ਨਹੀਂ ਜਾਂਦਾ। ਪੂਰਾ ਹਨੇਰਾ ਹੋ ਗਿਆ ਸੀ। ਹੁਣ ਪਹਿਰਾਵੇ ਦੇ ਰੰਗ ਤੋਂ ਪਛਾਣ ਕਰਨੀ ਮੁਸ਼ਕਲ ਸੀ। ਕਿਤੇ ਕਿਤੇ ਕੋਈ ਧੂਣੀ ਧੁਖ ਰਹੀ ਸੀ। ਬਾਬੇ ਨੇ ਰਾਗ ਭੈਰਵੀ ਸ਼ੁਰੂ ਕੀਤਾ। ਸਾਰਾ ਦਿਨ ਰਬਾਬ ਤੋਂ ਦੂਰ ਰਹੀਆਂ ਉਂਗਲਾਂ ਨੇ ਤਾਰਾਂ ਨੂੰ ਸਪਰਸ਼ ਕੀਤਾ। ਰਾਤ ਅੰਨੇ ਬੰਜਰ ਪਿੰਡ ਦੇ ਸਾਹਮਣੇ ਆਵਾਜ਼ ਤੇ ਰਬਾਬ ਦੇ ਸੁਰੀਲੇ ਸੰਗਮ ਨੇ ਆਪਣੇ ਨਾਜ਼ੁਕ ਹੋਣ ਦਾ ਸੁਨੇਹਾ ਦੇਣਾ ਸ਼ੁਰੂ ਕੀਤਾ। ਅੱਗੇ ਇੱਕ ਨਾਂਗੇ ਸਾਧਾਂ ਦਾ ਸਮੂਹ ਚੱਲ ਰਿਹਾ ਸੀ। ਉਹਨਾਂ ਦੇ ਅੱਗੇ ਚੱਲਦੇ ਬਿਰਧ ਦੇ ਗਲ 'ਚ ਇੱਕ ਵੱਡਾ ਟੱਲ ਲਟਕਿਆ ਸੀ। ਉਹ ਹਿੱਲ ਹਿੱਲ ਕੇ ਲਿੰਗ ਨੂੰ ਢਕਦਾ ਤੇ ਨੰਗਾ ਕਰਦਾ। ਪਿਛਲਾ ਨੰਗਾ ਹਿੱਸਾ ਉਹਦੇ ਪਿੱਛੇ ਚੱਲਦੇ ਚੇਲਿਆਂ ਕਰਕੇ ਨਾ ਦਿਸਦਾ। ਉਹਦੇ ਕਦਮਾਂ ਦੀ ਇਕਸਾਰਤਾ ਨਾਲ ਟੱਲ ਦੀ ਟੁਣਕਾਰ ਪਿੱਛੇ ਚੱਲਦੇ ਨਾਂਗਿਆਂ ਨੂੰ ਬੇਫਿਕਰ ਤੁਰਨ ਲਈ ਪ੍ਰੇਰਦੀ। ਪਰ ਜਦੋਂ ਟੱਲ ਜਲਦੀ ਖੜਕਣ ਲੱਗਦਾ, ਜਿਵੇਂ ਕੰਬਦੇ ਸਰੀਰ ਉੱਪਰ ਵੱਜਦਾ ਹੋਵੇ, ਉਹ ਸਮਝ ਆਉਂਦੇ ਸਾਹਮਣੇ ਕੋਈ ਇਸਤਰੀ ਆ ਰਹੀ ਹੈ। ਉਸ ਵੇਲੇ ਗੂੰਗਿਆਂ ਵਰਗੀਆਂ ਗੋਲ ਗੋਲ ਅੱਖਾਂ ਤੇਜ਼ੀ ਨਾਲ ਇੱਧਰ ਉੱਧਰ ਘੁੰਮਦੀਆਂ। ਕਿਸੇ ਔਰਤ ਦੇ ਲੰਘਣ ਤੋਂ ਬਾਅਦ ਉਹ ਸਦਮੇ ਵਰਗੀ ਹਾਲਤ 'ਚ ਤੁਰਦੇ। ਕੁਝ ਦੇਰ ਟੱਲ ਵਾਲਾ ਬਾਬਾ ਸੰਸਕ੍ਰਿਤ ਦੇ ਕੰਠ ਕੀਤੇ ਸ਼ਲੋਕਾਂ ਨੂੰ ਉੱਚੀ ਉੱਚੀ ਬੋਲਦਾ, ਫਿਰ ਆਪ ਹੀ ਚੁੱਪ ਕਰ ਜਾਂਦਾ। ਕ੍ਰੋਧ ਹੰਢਾ ਹੰਢਾ ਕੇ ਉਹਦੇ ਥੱਕੇ ਬੋਲ ਟੱਲ ਨਾਲ ਜ਼ਖਮੀ ਹੋਏ ਲਿੰਗ ਨੂੰ ਘਿਰਣਾ ਨਾਲ ਵੇਖਦੇ। ਕਈ ਵਾਰੀ ਜਦੋਂ ਦੋ ਨੰਗੇ ਪਿੰਡੇ ਕੁਦਰਤੀ ਟਿਕਾਣਿਆਂ ਨਾਲ ਖਹਿੰਦੇ ਤਾਂ ਸਰੀਰ 'ਚੋਂ ਆਰੰਭੀ ਕੰਬਣੀ ਤੋਂ ਪਤਾ ਲੱਗਦਾ ਕਿ ਟੱਲ ਦੇ ਕੰਬਣ ਨਾਲ ਆਵਾਜ਼ ਕਿਉਂ ਆਉਂਦੀ ਹੈ। ਕਦੇ ਕਦੇ ਇਹਨਾਂ ਨਾਂਗਿਆਂ ਦਾ ਸਮੂਹ ਬਿਲਕੁਲ ਇਕੱਲਾ ਰਹਿ ਜਾਂਦਾ। ਲੋਕ ਜ਼ਿਆਦਾ ਦੇਰ ਉਹਨਾਂ ਨਾਲ ਤੁਰਨਾ ਨਹੀਂ ਸੀ ਚਾਹੁੰਦੇ। ਕੁਝ ਅੱਗੇ ਲੰਘ ਜਾਂਦੇ, ਕੁਝ ਝੁੱਕ ਕੇ ਪ੍ਰਣਾਮ ਕਰ ਪਿੱਛੇ ਹਟ ਜਾਂਦੇ। ਰਾਤ ਅੰਨਿਆਂ ਦੇ ਪਿੰਡ ਦੇ ਪੜਾਅ ਤੋਂ ਬਾਅਦ ਮਰਦਾਨੇ ਨੇ ਉਹਨਾਂ ਨੂੰ ਕਈ ਵਾਰ ਅੱਗੇ ਪਿੱਛੇ ਕੀਤਾ, ਪਰ ਨਾਂਗਿਆਂ ਦੀ ਚਾਲ ਤੇਜ਼ ਸੀ ਜਾਂ ਕਈ ਵਾਰੀ ਬਾਬਾ ਕਿਸੇ ਨਾਲ ਸੰਗਤ ਕਰਨ ਲੱਗ ਪੈਂਦਾ। ਇਸ ਤਰ੍ਹਾਂ ਕਈ ਚਿਹਰਿਆਂ ਨਾਲ ਨਜ਼ਰੀ ਜਾਣ ਪਛਾਣ ਹੋ ਗਈ ਸੀ। ਪਰ ਮਰਦਾਨੇ ਨੂੰ ਕੁਝ ਭਾ ਨਹੀਂ ਸੀ ਰਿਹਾ। ਜੇ ਹਰਿਦੁਆਰ ਦੇ ਰਸਤੇ 'ਚ ਅਜਿਹੇ ਲੋਕਾਂ ਨਾਲ ਦੇਰ ਤੱਕ ਤੁਰਨਾ ਪੈਣਾ ਸੀ ਤਾਂ ਤੁਰਨ ਦੀ ਕੋਈ ਹੋਰ ਵਿਉਂਤ ਸੋਚਦਾ। ਇਸ ਤਰ੍ਹਾਂ ਸਾਧਾਂ ਦੇ ਸਮੂਹਕ ਕੇਵਿਆਂ ਨਾਲ ਚੱਲਣਾ ਥੋੜ੍ਹਾ ਮੁਸ਼ਕਿਲ ਜਾਪ ਰਿਹਾ ਸੀ। ਤਾਂ ਹੀ ਕਈ ਵਾਰ ਉਹਦੇ ਮਨ 'ਚ ਆਉਂਦਾ, ਬਾਬਾ ਕਿਤੇ ਆਮ ਲੋਕਾਂ 'ਚ ਲੰਬੀ ਠਾਰ ਕਰੀਏ। ਸਰੀਰ ਦੁੱਖ ਵਰਗਾ ਹੈ। ਕਈ ਦਿਨਾਂ ਬਾਅਦ ਲਾਹੌਰ ਦੇ ਬਜ਼ੁਰਗ ਪੰਡਤ ਦੀ ਆਵਾਜ਼ ਫਿਰ ਸੁਣੀ। ਇਸ ਤਰ੍ਹਾਂ ਸਫ਼ਰ ਦੇ ਕਈ ਪੜਾਵਾਂ ਤੋਂ ਬਾਅਦ ਇਹ ਭੁੱਲ ਹੀ ਜਾਂਦਾ ਹੈ ਕਿ ਆਵਾਜ਼ ਸਿਰਫ ਸੁਣੀ ਨਹੀਂ ਸੀ, ਸਗੋਂ ਜਾਣੂ ਵੀ ਸੀ। ਮਰਦਾਨੇ ਨੇ ਵੇਖਿਆ ਉਹ ਤਾਂ ਸਾਈਂ ਨਾਲ ਗੱਲਾਂ ਕਰ ਰਿਹਾ ਸੀ। ਅਸੀਂ ਮੌਤ ਨੂੰ ਉਹਦੇ ਆਉਣ ਤੋਂ ਪਹਿਲਾਂ ਹੀ ਬਹੁਤ ਕਰੂਪ ਬਣਾ ਲੈਂਦੇ ਹਾਂ, ਫਿਰ ਉਹਦੇ ਅੰਦਰ ਝਾਕਣ ਦੀ ਸੰਭਾਵਨਾ ਹੀ ਖਤਮ ਹੋ ਜਾਂਦੀ ਹੈ। ਮੈਂ ਇਸ ਲਈ ਡਰ ਗਿਆ ਕਿ ਅਜਿਹੇ ਵੇਲੇ ਬਾਬਾ ਦੂਜੇ ਦੀ ਕਹੀ ਗੱਲ ਨੂੰ ਇੱਕ ਵਾਰ ਫੇਰ ਕਹਿਣ ਦਾ ਮੌਕਾ ਦਿੰਦਾ। ਅਜਿਹਾ ਹੋਇਆ ਵੀ। ਰਿਸ਼ੀ ਜੀ, ਉਹਨੇ ਢਿਲਕੀ ਹੋਈ ਠੋਡੀ ਦੀਆਂ ਝੁਰੜੀਆਂ ਨੂੰ ਹੱਥ 'ਚ ਇਕੱਠਾ ਕੀਤਾ। ਗ੍ਰੰਥਾਂ ਵੇਦਾਂ ਦੀ ਇਸ ਵੇਲੇ ਲੋੜ ਸੀ। ਉਹ ਵੀ ਰਾਹ ਨਹੀਂ ਦੇ ਰਹੇ। ਇਸ ਦੀਵੇ ਦੇ ਆਸ-ਪਾਸ ਵੇਦਾਂ ਦਾ ਧੂੰਆਂ ਹੈ। ਛਾਇਆ ਤੋਂ ਦੂਰ ਰਹਿਣਾ ਪਏਗਾ। ਮੇਰੀਆਂ ਸਾਰੀਆਂ ਵਾਸ਼ਨਾਵਾਂ ਨੂੰ ਮੌਤ ਦਾ ਤਾਪ ਚੜ੍ਹ ਗਿਆ ਹੈ। ਕੋਈ ਨਵਾਂ ਮਹਿਮਾਨ ਹੀ ਮਿਲਾ ਦਿਓ ਰਿਸ਼ੀ ਜੀ। ਪਹਿਲਾਂ ਹੀ ਇਸ ਧਰਮਸ਼ਾਲਾ ਅੰਦਰ ਤੂੰ ਲੋੜ ਤੋਂ ਜ਼ਿਆਦਾ ਯਾਤਰੂ ਰੱਖੇ ਨੇ। ਕੋਈ ਆਏ ਅਤਿਥੀਆਂ ਨੂੰ ਕਿਵੇਂ ਨਾ ਕਰੇ। ਇਹ ਮਹਿਮਾਨਾਂ ਦਾ ਅਪਮਾਨ ਨਹੀਂ ਹੋਏਗਾ। ਇਹ ਸੂਰਜ ਨਿਕਲਿਆ ਹੈ, ਤਾਰੇ ਚਮਕਣਗੇ, ਬੱਦਲਾਂ ਦੇ ਰੰਗਾਂ ਨਾਲ ਅਸਮਾਨ ਰੰਗ ਬਿਰੰਗਾ ਹੋਏਗਾ। ਇਹ ਸਭ ਤੇਰੀ ਅੱਖ ਲਈ ਥੋੜ੍ਹੀ ਵਾਪਰਿਆ। ਇਹ ਤਾਂ ਅਵਸਰ ਸੀ ਜੋ ਤੈਨੂੰ ਮਿਲਿਆ। ਮੈਨੂੰ ਆਖਰੀ ਵੇਲੇ ਛੋਟਾ ਕਰ ਦਿਓ, ਕਿਸੇ ਦੇ ਲੜ ਲਾ ਦਿਓ, ਵੇਦ ਪੁਰਾਣ ਦੀ ਕੋਈ ਸੂਰਤ ਵਿਖਾ ਦਿਓ। ਜਿਨ੍ਹਾਂ ਦੇ ਪਿੱਛੇ ਤੂੰ ਤੁਰ ਰਿਹਾ ਉਹ ਤਾਂ ਕਿਸੇ ਦੇ ਪਿੱਛੇ ਗਏ ਹੀ ਨਹੀਂ ਸੀ। ਇਸ ਤਰ੍ਹਾਂ ਗਿਆਨ ਦੀਆਂ ਉੱਚੀਆਂ ਧਾਰਾਂ 'ਚ ਗੁਜ਼ਰਦੇ ਗੁਜ਼ਰਦੇ ਕਈ ਵਾਰੀ ਗੱਲਾਂ ਬੜੀਆਂ ਸਰਲ ਹੋ ਜਾਂਦੀਆਂ।
ਮਰਦਾਨੇ ਨੂੰ ਅਜਿਹੇ ਵੇਲੇ ਜਾਪਦਾ ਬਾਬੇ ਨੇ ਦੁੱਖਾਂ ਨੂੰ ਬਹੁਤ ਸੋਹਲ ਕਰ ਲਿਆ, ਜਿਵੇਂ ਕੋਈ ਗਾਇਕ ਆਪਣੇ ਸਾਜ਼ੀ ਨੂੰ ਕਹਿੰਦਾ ਹੈ, ਇੱਥੇ ਤੂੰ ਸਾਜ਼ ਨਾਲ ਹੀ ਧੁਨ ਚੁੱਕ। ਬਾਬੇ ਦੀ ਧੁਨ ਸੁਣ ਰਹੀ ਸੀ। ਘਰ ਛੱਡ ਆਏ ਉਹ ਦੁੱਖਾਂ ਦੀ ਸੰਤਾਨ ਨਾਲ ਹੀ ਲੈ ਕੇ ਤੁਰ ਪਏ। ਤੁਰਨ ਲੱਗੇ ਮੈਂ ਤਾਂ ਇਹ ਨਹੀਂ ਸੀ ਚਾਹਿਆ। ਘਰ ਉਦੋਂ ਛੱਡਣਾ ਸੀ ਜਦੋਂ ਸਭ ਵਿਅਰਥ ਦਿਸਦਾ। ਸਮਾਂ ਥੋੜਾ ਸੀ ਬਾਬਾ, ਸਭ ਮੰਤਰ ਇੱਕ ਸਵਾਸ ਨਾਲ ਹੀ ਪੂਰੇ ਹੋ ਜਾਂਦੇ ਨੇ। ਮੈਂ ਜਿੱਥੋਂ ਵਿਛੜਿਆ ਸੀ ਕੀ ਉੱਥੇ ਹੀ ਰੁਕਿਆ? ਸੁਪਨਾ ਇੱਥੋਂ ਹੀ ਸ਼ੁਰੂ ਹੋਇਆ ਹੋਏਗਾ। ਇੱਕ ਪਾਸੇ ਹਟ ਕੇ ਮਰਦਾਨੇ ਨੇ ਜਗ੍ਹਾ ਬਣਾਈ। ਅਜਿਹੀ ਗੱਲਬਾਤ ਤੋਂ ਬਾਅਦ ਅਕਸਰ ਕੁਝ ਸੁਰੀਲੇ ਬੋਲ ਸੁਣਦੇ ਨੇ। ਬਾਬੇ ਨੇ ਸ਼ਬਦ ਸ਼ੁਰੂ ਕੀਤਾ। ਅੱਜ ਦੇ ਦਿਨ 'ਚ ਕਈ ਪੜਾਅ ਕੀਤੇ, ਪੜਾਵਾਂ 'ਚ ਕੀਰਤਨ ਵੀ ਹੋਇਆ। ਕੁਝ ਲੋਕਾਂ ਨਾਲ ਆਮੋ ਸਾਹਮਣੇ ਬੈਠ ਕੇ ਗੱਲਾਂ ਵੀ ਕੀਤੀਆਂ। ਅਜਿਹੇ ਵੇਲੇ ਨਵੇਂ-ਨਵੇਂ ਚਿਹਰੇ ਦਿਸਦੇ ਜੋ ਕੁਝ ਜਾਣੇ ਪਛਾਣੇ ਜਾਪਣ ਵੀ ਲੱਗਦੇ। ਉਹ ਅਗਲੇ ਪੜਾਅ ਵੇਲੇ ਵਿਛੜ ਜਾਂਦੇ। ਅੱਜ ਦਿਨ ਦੇ ਚੌਥੇ ਪੜਾਅ ਵੇਲੇ ਉਹਨਾਂ ਦੇ ਨਾਲ ਅੱਧੀ ਖੁੱਲ੍ਹੀ ਅੱਖ ਰੱਖ ਕੇ ਚੱਲਣ ਵਾਲੀ ਸੰਪਰਦਾ ਦੇ ਫਕੀਰ ਚੱਲ ਰਹੇ ਸਨ। ਉਹ ਸਿਰਫ ਪੈਰਾਂ ਵੱਲ ਵੇਖਦੇ, ਅਗਲੇ ਕਦਮ ਲਈ ਨਜ਼ਰ ਨੂੰ ਓਨਾ ਹੀ ਚੁੱਕਦੇ ਜਿਸ ਨਾਲ ਪੈਰ ਲਈ ਜ਼ਮੀਨ ਦਿਸ ਸਕੇ। ਲੱਗਦਾ ਸੀ ਉਹਨਾਂ ਲਈ ਨਜ਼ਰ ਵਰਤੀ ਜਾ ਚੁੱਕੀ ਸੀ। ਜੋ ਲੰਘ ਗਏ, ਜਿਨ੍ਹਾਂ ਲੰਘਣਾ ਹੈ, ਨਜ਼ਰ ਲਈ ਇਹ ਵੇਖਣਾ ਗੁਨਾਹ ਹੈ। ਇਕਾਗਰਤਾ ਦੀ ਹੱਠ ਵਿੱਚ ਚੁੱਪਚਾਪ ਤੁਰੇ ਸਾਧਾਂ ਦਾ ਸਮੂਹ ਬਿਨਾਂ ਕਿਸੇ ਨਾਲ ਨਜ਼ਰਾਂ ਸਾਂਝੀਆਂ ਕੀਤੇ ਸੁਣ ਸਭ ਕੁਝ ਰਿਹਾ ਸੀ। ਉਹ ਰਿਗਵੇਦ ਦੀਆਂ ਰਿਚਾਂ ਜਪਦੇ, ਕਈ ਵਾਰ ਪੈਰਾਂ ਤੋਂ ਪਿੱਛੇ ਨਜ਼ਰ ਖਿੱਚ ਲੈਂਦੇ ਤੇ ਅੱਗੇ ਚੱਲਦੇ ਬੰਦੇ ਨਾਲ ਮੱਥਾ ਟਕਰਾ ਜਾਂਦਾ। ਬਾਬਾ ਮਰਦਾਨੇ ਤੋਂ ਅੱਗੇ ਉਹਨਾਂ ਦੇ ਬਰਾਬਰ ਚੱਲ ਰਿਹਾ ਸੀ। ਆਪਣੇ ਹੋਣ ਦੀ ਤਕਲੀਫ ਵੀ ਹੈ ਤੇ ਜਸ਼ਨ ਵੀ। ਚੁਣ ਲੈ। ਆਵਾਜ਼ ਤਾਂ ਬਾਬੇ ਦੀ ਆਈ ਸੀ, ਪਰ ਸਵਾਲ ਨਹੀਂ ਸੁਣਿਆ। ਮਰਦਾਨਾ ਝੁਕੀਆਂ ਨਜ਼ਰਾਂ ਨਾਲ ਚੱਲਦੇ ਪੈਰਾਂ ਵੱਲ ਵੇਖਦਾ ਰਿਹਾ। ਫਿਰ ਬਾਬੇ ਦੀ ਗਾਉਂਦੀ ਆਵਾਜ਼ ਸੁਣੀ। ਜੇ ਗੁਣ ਹੋਵਣ ਸਾਜਨਾ, ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣੈ ਕੇਰੀ, ਛੋੜ ਅਵਗਣ ਚੱਲੀਐ। ਅੱਜ ਦਾ ਆਖਰੀ ਪੜਾਅ ਬਹੁਤ ਥਕੇਵੇਂ ਨਾਲ ਮੁੱਕਿਆ। ਹਰੇਕ ਪੜਾਅ ਅਨੋਖੇ ਜਿਹੇ ਥਕੇਵੇਂ ਨਾਲ ਮੁੱਕਦਾ। ਅੱਜ ਦੀ ਥਕਾਵਟ ਸਫ਼ਰ 'ਚ ਹੋਰਾਂ ਨੂੰ ਰਾਹ ਦੇਣ ਨਾਲ ਭਰੀ ਹੋਈ ਸੀ। ਬਹੁਤ ਹੀ ਭੀੜ ਨਾਲ ਭਰੇ ਰਾਹਾਂ 'ਚ ਹਰਿਦੁਆਰ ਵੱਲ ਤੁਰਦੇ ਲੋਕ ਬਹੁਤ ਕਾਹਲੀ 'ਚ ਸਨ। ਹਰ ਵਾਰ ਜੀਅ ਕਰਦਾ ਇਹਨੂੰ ਲੰਘ ਜਾਣ ਦੇਵਾਂ। ਸਾਰਾ ਦਿਨ ਇਸ ਇੱਛਾ ਦਾ ਅੰਤ ਨਹੀਂ ਹੋਇਆ। ਥਕਾਵਟ ਨਾਲ ਭਰੇ ਅੰਗਾਂ ਨੇ ਸਾਥ ਛੱਡ ਦਿੱਤਾ। ਪਰ ਇਸ ਤਰ੍ਹਾਂ ਲੋਕਾਂ ਨੂੰ ਲੰਘਣ ਲਈ ਰਾਹ ਦਿੰਦਿਆਂ ਮੁਲਾਕਾਤਾਂ ਬੜੀਆਂ ਹੋਈਆਂ। ਸ਼ਾਇਦ ਇਸੇ ਕਰਕੇ ਕਈ ਸਾਲ ਪਹਿਲਾਂ ਪਹਾੜਾਂ 'ਤੇ ਚੜ੍ਹਦੀ ਆਪਣੇ ਪੁੱਤ ਨੂੰ ਤਲਾਸ਼ਦੀ ਉਸ ਬੁੱਢੀ ਨਾਲ ਮੁਲਾਕਾਤ ਹੋ ਗਈ। ਮੈਂ ਕੁਰੂਕਸ਼ੇਤਰ ਤੋਂ ਪੁੱਛਦੀ ਆ ਰਹੀ ਹਾਂ। ਹਰ ਕੋਈ ਕਹਿੰਦਾ ਹੁਣੇ ਵੇਖਿਆ ਸੀ ਨਾਨਕ, ਪਰ ਹੁਣ ਦਿਸਿਆ। ਉਹਨੇ ਲੰਬਾ ਸਾਹ ਭਰਿਆ। ਧੁੰਮਾਂ ਪਈਆਂ ਨੇ ਤੇਰੇ ਗੁਰੂ ਦੀਆਂ। ਤੇਰਾ ਪੁੱਤ ਪਹਾੜਾਂ ਤੋਂ ਉਤਰ ਆਇਆ ਸੀ ਮਾਂ। ਹਾਂ, ਸਾਈਂ ਦੇ ਉਪਦੇਸ਼ਾਂ ਨੇ ਪਹਾੜਾਂ ਤੋਂ ਉਤਾਰ ਦਿੱਤਾ ਸੀ। ਆਪ ਵੀ ਜਲਦਾ ਸੀ ਤੇ ਚੇਲਿਆਂ ਨੂੰ ਵੀ ਕੋਲਿਆਂ ਨਾਲ ਫੂਕਦਾ ਸੀ। ਪਰ ਬੇਬੇ ਤੂੰ ਹੁਣ ਕਿੱਥੇ ਜਾ ਰਹੀ ਹੈ? ਉਹਨੇ ਘਰ ਸੰਭਾਲ ਲਿਆ। ਮੈਂ ਹਰਿਦੁਆਰ ਸਵਾਸ ਛੱਡਣ ਚੱਲੀ ਹਾਂ। ਇਸ ਵਾਰੀ ਤੇਰੇ ਪੁੱਤ ਨੇ ਨਹੀਂ ਰੋਕਿਆ? ਮੈਂ ਉਹਨੂੰ ਬਿਨਾਂ ਦੱਸੇ ਨਿਕਲ ਆਈ ਹਾਂ। ਨਹੀਂ, ਉਹਨੇ ਆਉਣ ਨਹੀਂ ਸੀ ਦੇਣਾ। ਪਿੱਛੋਂ ਇੱਕ ਵੱਡੇ ਟੋਲੇ ਨੇ ਉਹਨਾਂ ਨੂੰ ਵੱਖ ਕਰ ਦਿੱਤਾ। ਮੁੜ ਕੇ ਆਖਰੀ ਪੜਾਅ ਤੱਕ ਉਹ ਨਹੀਂ ਦਿਸੀ। ਬੁੱਢੀ ਦੀ ਇੱਕ ਗੱਲ ਤੋਂ ਬੜੀ ਹਾਸੀ ਆਈ ਸੀ। ਸ਼ਾਇਦ ਉਸੇ ਗੱਲ ਕਰਕੇ ਥਕਾਵਟ ਥੋੜ੍ਹੀ ਘਟ ਗਈ ਸੀ। ਹਰ ਕੋਈ ਤੇਰੀ ਨਿਸ਼ਾਨੀ ਦੱਸ ਰਿਹਾ ਸੀ। ਮੀਰ ਜਾ ਰਿਹਾ ਉਹਦੇ ਨਾਲ। ਨਿਸ਼ਾਨੀ ਤੋਂ ਕਈ ਵਾਰੀ ਹਾਸੀ ਆਈ। ਉਹ ਆਪ ਵੀ ਉੱਚੀ ਉੱਚੀ ਹੱਸੀ ਸੀ। ਹੈ ਵੀ ਗੱਲ ਠੀਕ, ਫਕੀਰ ਤਾਂ ਹਜ਼ਾਰਾਂ ਜਾ ਰਹੇ ਨੇ। ਤੇਰੀ ਨਿਸ਼ਾਨੀ ਪੱਕੀ ਹੈ। ਉਜਾੜ ਮੁੱਕ ਗਏ ਸਨ। ਹਰਿਦੁਆਰ ਦੀ ਸਿਰਫ 2 ਪੈਰ ਵਾਟ ਰਹਿ ਗਈ ਸੀ। ਲੋਕਾਂ ਦੇ ਜੱਥੇ ਆਪਣੀ ਆਖਰੀ ਪੜਾਅ 'ਤੇ ਬੈਠੇ ਸਨ। ਜੋ ਕੋਲੋਂ ਲੰਘਦੇ ਉਹਨਾਂ ਨੂੰ ਹਾਕਾਂ ਮਾਰ ਰੋਕਦੇ। ਸਾਹ ਲੈ ਲਓ ਭਗਤੋ, ਤਾਜ਼ੇ ਦਮ ਵੜਨਾ ਹਰਿਦੁਆਰ। ਉਹ ਆਪਣਾ ਪੜਾਅ ਸ਼ੁਰੂ ਹੀ ਕਰ ਰਹੇ ਸੀ ਕਿ ਇੱਕ ਜਟਾਧਾਰੀ ਚੀਕਿਆ। ਉਹਦੇ ਨਾਲ ਤਾਜ਼ੀ ਵੱਟਣੇ ਵਾਲੀ ਬਾਂਹ ਟਕਰਾਈ ਤੇ ਵੰਗਾਂ ਖੜਕੀਆਂ। ਧਰਤੀ ਉੱਤੇ ਪੈਰ ਮਾਰਦਾ ਜਟਾਧਾਰੀ ਆਪਣੀ ਘਿਰਨਾਂ ਨੂੰ ਨਫ਼ਰਤ ਕਰਦਾ ਭੀੜ 'ਚੋਂ ਨਿਕਲ ਇੱਕ ਪਾਸੇ ਖਲੋ ਗਿਆ। ਜਿਨ੍ਹਾਂ ਨੂੰ ਵੰਗਾਂ ਦੀ ਆਵਾਜ਼ ਸੁਣੀ ਉਹਨਾਂ ਨੂੰ ਤਾਂ ਕਾਰਨ ਦਾ ਪਤਾ ਸੀ। ਬਾਕੀ ਭੀੜ ਬਿਨਾਂ ਕਾਰਨ ਤੋਂ ਸਾਧ ਦੇ ਭਖੇ ਚਿਹਰੇ ਵੱਲ ਤੱਕਦੀ ਲੰਘ ਗਈ। ਮਰਦਾਨੇ ਨੇ ਸਾਧ ਵੱਲ ਗੌਰ ਨਾਲ ਵੇਖਿਆ। ਉਹ ਭਸਮ ਹੋਏ ਅੰਗਿਆਰਾਂ ਦੀਆਂ ਤਰੇੜਾਂ ਵਰਗਾ ਚਿਹਰਾ ਸੀ। ਰੋਜ਼ ਬੁਝੇ ਹੋਏ ਅੰਗਿਆਰਾਂ ਵਿੱਚ ਉਹ ਅਜਿਹੇ ਕੋਲੇ ਛੱਡ ਤੁਰ ਪੈਂਦੇ ਸਨ। ਸ਼ਾਇਦ ਇਸੇ ਲਈ ਉਹਦੇ ਵੱਲ ਬਾਬੇ ਨੇ ਵੇਖਿਆ ਤੱਕ ਨਹੀਂ, ਪਰ ਉਹ ਵੰਗਾਂ ਦੀ ਝਣਕਾਰ ਕੀਰਤਨ ਜਿੰਨੀ ਜੀਵਤ ਸੀ। ਬਾਬਾ ਥੋੜ੍ਹਾ ਅੱਗੇ ਲੰਘ ਗਿਆ। ਉਹਨਾਂ ਵਿਚਕਾਰ ਕੁਝ ਜਟਾਧਾਰੀ ਸਾਧਾਂ ਦੀਆਂ ਗੱਲਾਂ ਸੁਣ ਰਹੀਆਂ ਸਨ। ਗੁੱਸਾ ਤਾਂ ਮੈਨੂੰ ਆਉਂਦਾ ਹੀ ਨਹੀਂ। ਉਹਦੀ ਜਗ੍ਹਾ ਕੀ ਆਉਂਦਾ?
ਕੋਈ ਮੇਰੇ ਗੁਰੂ ਵੱਲ ਉਂਗਲੀ ਕਰੇ, ਉਸ ਵੇਲੇ ਮੇਰਾ ਕੋਈ ਭਰੋਸਾ ਨਹੀਂ। ਸਾਰੀ ਹਉਮੈ ਗੁਰੂ 'ਤੇ ਇਕੱਠੀ ਕਰ ਲਈਏ। ਬਾਬੇ ਦੀ ਆਵਾਜ਼ ਵੇਲੇ ਉਹ ਬਰਾਬਰ ਪਹੁੰਚ ਚੁੱਕਾ ਸੀ। ਵਿਚਕਾਰ ਜਿਹੜੀ ਜਗ੍ਹਾ ਖਾਲੀ ਹੋ ਗਈ ਸੀ, ਮਰਦਾਨੇ ਨੇ ਉਹਦਾ ਉੱਤਰ ਜਟਾਧਾਰੀ ਮੂੰਹੋਂ ਸੁਣਿਆ। ਹੇ ਜੋਤ ਨਿਰੰਜਣੀ, ਇੱਥੇ ਤਾਂ ਗੁਰੂ ਨੇ ਵੀ ਮੇਰੇ ਸੱਟ ਨਹੀਂ ਸੀ ਮਾਰੀ। ਜਟਾਧਾਰੀ ਹੱਥ ਜੋੜ ਕੇ ਬਾਬੇ ਦੇ ਨਾਲ ਨਾਲ ਤੁਰਦਾ ਰਿਹਾ। ਤੁਸੀਂ ਕੁਝ ਹੋਰ ਵੀ ਬੋਲੋ ਮਹਾਤਮਾ। ਜੋ ਬੋਲਿਆ ਗਿਆ, ਪਹਿਲਾਂ ਉਹਨੂੰ ਅੰਦਰ ਉਤਾਰ ਲੈ। ਬਾਬੇ ਦੀਆਂ ਦੋਵੇਂ ਬਾਹਾਂ ਉੱਪਰ ਉੱਠ ਰਹੀਆਂ ਸਨ। ਫਿਰ ਆਵਾਜ਼ ਸੁਣਾਈ ਦਿੱਤੀ, ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ, ਇੱਕ ਆਵੈ ਇੱਕ ਜਾਵਈ ਪੂਰ ਭਰੇ ਹੰਕਾਰ। ਰਬਾਬ ਦੀ ਆਵਾਜ਼ ਸੁਣ ਜਟਾਧਾਰੀ ਪਿੱਛੇ ਵੱਲ ਝੁਕਿਆ। ਅੱਛਾ, ਕੋਈ ਪਿੱਛੇ ਵੀ ਸੀ। ਮੁਸਕਰਾ ਕੇ ਮਰਦਾਨੇ ਨੇ ਅੱਖਾਂ ਨੀਵੀਆਂ ਕੀਤੀਆਂ। ਪਿੱਛੋਂ ਕਿਸੇ ਰਾਹੀ ਦੀ ਥੱਕੀ ਆਵਾਜ਼ ਸੁਣੀ, ਹਰਿਦੁਆਰ ਆ ਗਿਆ। ਕਾਂਡ 21। ਬਾਬੇ ਨੇ ਚਲਦੇ ਪਾਣੀ ਦੀ ਚੂਲੀ ਭਰੀ। ਵਗਦੀ ਗੰਗਾ ਦਾ ਹਿੱਲਦਾ ਪਾਣੀ ਹਥੇਲੀ ਉੱਪਰੋਂ ਚੁੰਮਣ ਨਾਲ ਇਕੱਠਾ ਕੀਤਾ। ਬਾਬੇ ਵੱਲ ਵੇਖ ਮਰਦਾਨੇ ਨੇ ਵੀ ਝੁੱਕ ਕੇ ਚੂਲੀ ਭਰੀ। ਇੱਕ ਛਲ ਘੁੰਮ ਕੇ ਹਥੇਲੀ ਤੋਂ ਬਾਹਰ ਡਿੱਗੀ। ਬਾਕੀ ਬਚਿਆ ਘੁੱਟ ਸ਼ਰਬਤ ਵਾਂਗ ਗਲੇ ਨੂੰ ਲੱਗਣ ਦਿੱਤਾ। ਬਰਫਾਂ ਤੋਂ ਆਇਆ ਪਾਣੀ ਚੱਲ ਕੇ ਨਿੱਘਾ ਹੋ ਗਿਆ ਸੀ। ਝੁਕਣ ਲੱਗੇ ਰਬਾਬ ਦਾ ਜਿਹੜਾ ਹਿੱਸਾ ਗੰਗਾ ਨਾਲ ਲੱਗਿਆ ਸੀ, ਉਸ 'ਤੇ ਆਪਣੀ ਠੋਡੀ ਸਮਝ ਕੇ ਹਥੇਲੀ ਘੁਮਾਈ। ਫਿਰ ਹੱਸ ਕੇ ਬਾਬੇ ਵੱਲ ਵੇਖਿਆ। ਬਾਬੇ ਦਾ ਥੱਕਿਆ ਸਰੀਰ ਬੜਾ ਸੋਹਣਾ ਲੱਗਿਆ, ਜਿਵੇਂ ਪਹਿਲੀ ਵਾਰ ਕੁਝ ਕਦਮ ਪੁੱਟ ਕੇ ਬੱਚਾ ਧਰਤੀ ਵੱਲ ਵੇਖਦਾ। ਬਾਬੇ ਦੀ ਨਜ਼ਰ ਹਾਲੇ ਵੀ ਗੰਗਾ ਨੂੰ ਨਿਹਾਰ ਰਹੀ ਸੀ। ਗੰਗਾ ਦੇ ਰੌਣਕੀ ਕਿਨਾਰੇ ਸ਼ੁਰੂ ਹੋ ਗਏ ਸਨ। ਇਹ ਚੜ੍ਹਦੇ ਵਿਸਾਖ ਦਾ ਪਹਿਲਾ ਦੁਪਹਿਰਾ ਸੀ। ਦੂਰੋਂ ਦੂਰੋਂ ਚੱਲ ਕੇ ਆਏ ਲੋਕ ਘਾਟਾਂ ਤੇ ਟਿਕਾਣਿਆਂ ਵੱਲ ਜਾ ਰਹੇ ਸਨ। ਸਾਧਾਂ ਦੇ ਸੁੱਜੇ ਗਿੱਟਿਆਂ ਤੋਂ ਪਤਾ ਲੱਗਦਾ ਕਿ ਅੱਜ ਕੱਲ੍ਹ ਹੀ ਆਏ ਹੋਣਗੇ। ਸੁੱਜੀਆਂ ਲੱਤਾਂ ਵਾਲੇ ਰਾਹੀ, ਜਿਨ੍ਹਾਂ ਦੀਆਂ ਲੱਤਾਂ ਦੇ ਮਾਸ 'ਚੋਂ ਖੂਨ ਸਿੰਮਦਾ ਦਿਸਦਾ, ਲੰਬੇ ਪੈਂਡਿਆਂ ਦੀ ਗਵਾਹੀ ਭਰਦੀਆਂ। ਧੂੜਾਂ ਨਾਲ ਅੱਟੇ ਚਿਹਰੇ, ਜਿਨ੍ਹਾਂ ਹਾਲੇ ਗੰਗਾ ਇਸ਼ਨਾਨ ਨਹੀਂ ਸੀ ਕੀਤਾ, ਕਿਨਾਰਿਆਂ ਉੱਤੇ ਬੈਠੇ ਸ਼ੁਭ ਡੁਬਕੀ ਦੀ ਇੰਤਜ਼ਾਰ ਕਰਕੇ ਦਿਸ ਰਹੇ ਸਨ। ਭਗਵਿਆਂ ਦੇ ਸਮੂਹ ਗੋਬਿੰਦ ਬੋਲੇ, ਹਰਗੋਪਾਲ ਬੋਲੇ, ਰਾਧਾ ਰਮਨ ਹਰੀ ਗੋਪਾਲ ਬੋਲੇ ਗਾਉਂਦੇ ਲੰਘ ਰਹੇ ਸਨ। ਰਸਤਿਆਂ 'ਚ ਅੱਧ ਜਲੀਆਂ ਧੂਣੀਆਂ ਉੱਤੇ ਜਦੋਂ ਕਿਸੇ ਰਾਹੀ ਦਾ ਪੈਰ ਟਿਕਦਾ ਤਾਂ ਉਹ ਭੀੜ ਤੋਂ ਉੱਪਰ ਉਛਲਦਾ ਦਿਸਦਾ। ਫਿਰ ਕੁਛ ਦੂਰੀ ਤੱਕ ਉਹ ਧਰਤੀ 'ਤੇ ਪੈਰ ਮਲਦਾ ਲੰਘਦਾ। ਹੁਣ ਬਾਬਾ ਆਬਾਦੀ ਵੱਲ ਜਾਂਦੀ ਇੱਕ ਗਲੀ ਵੱਲ ਚੱਲ ਪਿਆ ਸੀ। ਪਹਿਲਾਂ ਪਿੱਪਲ ਥੱਲੇ ਇੱਕ ਚੂਨੇ ਦੀ ਕਬਰ ਆਈ, ਜਿੱਥੇ ਕੁਝ ਕੋਹੜੀ ਬੈਠੇ ਸਨ। ਨੀਵੀਂ ਜਗ੍ਹਾ ਵੱਲ ਉਤਰਦੀ ਇੱਕ ਗਲੀ 'ਚ ਇੱਕ ਜਗ੍ਹਾ ਜਾ ਕੇ ਬੰਦ ਹੋ ਗਈ। ਇਸ ਤੋਂ ਅੱਗੇ ਖੂਹ ਸੀ। ਖੂਹ ਦੁਆਰਾ ਹੀ ਗਲੀ ਬੰਦ ਸੀ। ਖੂਹ ਦੇ ਅੱਗੇ ਇੱਕ ਛੋਟੀ ਜਿਹੀ ਸਰਾਂ ਸੀ, ਜਿਸ ਅੱਗੇ ਬਾਬੇ ਨੇ ਸਿਰ ਉੱਪਰਲੀ ਪੰਡੋਕੜੀ ਉਤਾਰ ਅੱਗੇ ਬਣੇ ਚੌਂਤਰੇ 'ਤੇ ਰੱਖ ਦਿੱਤੀ। ਬਾਬੇ ਦੇ ਕਈ ਰੰਗਾਂ ਦੇ ਕੱਪੜੇ ਸਨ। ਪਹਿਰਾਵੇ ਤੋਂ ਪਛਾਣ ਕਰਨੀ ਥੋੜ੍ਹੀ ਔਖੀ ਸੀ। ਸਰਾਂ ਦੇ ਮਾਲਕ ਨੇ ਅਧਿਕ ਰੰਗਾਂ ਦਾ ਤਾਲਮੇਲ ਬਣਾ ਕੇ ਵੇਖਣ ਦੀ ਕੋਸ਼ਿਸ਼ ਕੀਤੀ। ਫਿਰ ਮਰਦਾਨੇ ਵੱਲ ਨਜ਼ਰ ਮਾਰ ਥੋੜ੍ਹਾ ਮੁਸਕਰਾਇਆ। ਸਿਰਫ ਇੱਕ ਰਾਤ ਲਈ। ਤੀਜਾ ਪਹਿਰ ਹੋ ਗਿਆ ਸੀ। ਧਰਮਸ਼ਾਲਾ ਦੇ ਥੜੇ 'ਤੇ ਕਥਾ ਸ਼ੁਰੂ ਹੋ ਗਈ ਸੀ। ਲੰਬੇ ਸਫ਼ਰਾਂ ਦੀ ਥਕਾਵਟ ਨੇ ਕੁਝ ਵੀ ਨਹੀਂ ਸੁਣਿਆ। ਰਬਾਬ ਮੋਢੇ ਉੱਪਰੋਂ ਉਤਾਰਨ ਤੋਂ ਬਾਅਦ ਥਕਾਵਟ ਨਾਲ ਮਰਦਾਨੇ ਨੂੰ ਨੀਂਦ ਆ ਗਈ। ਸਵੇਰੇ ਸਰਾਂ ਦੇ ਰਖਵਾਲੇ ਦੀ ਆਵਾਜ਼ ਨਾਲ ਜਾਗ ਖੁੱਲ੍ਹੀ। ਉੱਠ ਬਈ ਭਗਤਾ, ਤੇਰੇ ਗੁਰੂ ਨੇ ਤਾਂ ਪੈਂਡਿਆਂ ਦੀ ਮੈਲ ਵੀ ਉਤਾਰਤੀ। ਮਰਦਾਨੇ ਨੇ ਸੁੱਕਦੇ ਕੱਪੜਿਆਂ 'ਤੇ ਪੈਂਦੀ ਧੁੱਪ ਵੇਖੀ। ਨੀਂਦ ਇੰਨੀ ਗੂੜੀ ਸੀ ਕਿ ਕੋਲੋਂ ਉੱਠ ਕੇ ਗਏ ਮੁਸਾਫਰਾਂ ਦਾ ਵੀ ਪਤਾ ਨਹੀਂ ਲੱਗਿਆ। ਸਫ਼ਰਾਂ ਵਾਲੇ ਕੱਪੜੇ ਸੁਆਏ ਨੇ। ਸਰਾਂ ਦੇ ਰਖਵਾਲੇ ਨੇ ਮੁਸਕਰਾ ਕੇ ਗੱਲ ਅੱਗੇ ਤੋਰੀ। ਮਾਲਕ ਦੇ ਆਉਣ ਤੋਂ ਪਹਿਲਾਂ ਸਰਾਂ ਛੱਡ ਦੇਵੀਂ। ਉਹਨੇ ਬਾਹਰ ਨਿਕਲ ਕੇ ਮਰਦਾਨੇ ਨੂੰ ਅਸਲੀ ਗੱਲ 'ਤੇ ਲਿਆਂਦਾ। ਪਰ ਮਰਦਾਨਾ ਤਾਂ ਬਾਬੇ ਨੂੰ ਵੇਖਣਾ ਚਾਹੁੰਦਾ ਸੀ। ਉਹ ਰਬਾਬ ਵੀ ਨਾਲ ਲੈ ਗਿਆ ਸੀ। ਜ਼ਰੂਰ ਸਵੇਰ ਦਾ ਕੀਰਤਨ ਕਿਸੇ ਸਮੂਹ ਅੱਗੇ ਕਰੇਗਾ। ਗੰਗਾ ਦੇ ਕੰਢਿਆਂ 'ਤੇ ਰੌਣਕ ਸੀ। ਝੁੰਡਾਂ 'ਚ ਬੈਠੇ ਸਾਧੂ ਚਿਲਮਾਂ ਪੀ ਰਹੇ ਸੀ। ਧੂਣੀਆਂ ਅੱਗੇ ਗੱਡੇ ਚਿਮਟੇ ਮਘਦੀਆਂ ਅੱਗਾਂ ਨੂੰ ਠੋਕਰ ਮਾਰ ਰਹੇ ਸਨ। ਸੁਲਫੇ ਦੀਆਂ ਧੂਣੀਆਂ ਦੇ ਆਦੀ ਕੁੱਤੇ ਧੂੰਏਂ 'ਚੋਂ ਅਨਾਜ ਦੀ ਸੁਗੰਧ ਸੁੰਘਦੇ ਲੰਘ ਰਹੇ ਸਨ। ਪਾਂਡੇ ਤੇ ਜੋਤਸ਼ੀਆਂ ਨੇ ਟੇਵਿਆਂ ਦੇ ਸਬੰਧ ਦੱਸਣੇ ਸ਼ੁਰੂ ਕਰਤੇ ਸੀ। ਕੰਨ ਪਾਟੇ ਜੋਗੀ ਗੰਗਾ ਇਸ਼ਨਾਨ ਕਰ ਦੁਬਾਰਾ ਸਰੀਰਾਂ ਨੂੰ ਰਾਖ ਮਲ ਰਹੇ ਸਨ। ਸਧਾਰਨ ਲੋਕ ਗਿੱਲੇ ਸਰੀਰਾਂ ਨੂੰ ਪੋਚਦੇ, ਕੱਪੜੇ ਪਾਉਂਦੇ, ਮੁੜ ਸਾਧਾਂ ਵੱਲ ਵੇਖਣ ਲੱਗ ਪੈਂਦੇ। ਮਰਦਾਨਾ ਕਾਫੀ ਦੂਰ ਨਿਕਲ ਆਇਆ ਸੀ। ਧੂੰਏਂ ਨਾਲ ਕਈ ਵਾਰ ਹੁੱਥੂ ਆਇਆ। ਛੋਟੀਆਂ ਛੋਟੀਆਂ ਕੁਟੀਆਂ ਅੰਦਰ ਝਾਤ ਮਾਰੀ। ਬੁੱਤਾਂ ਦੇ ਅੱਗੇ ਰਾਤਾਂ ਨੂੰ ਬਲਦੇ ਚਿਰਾਗਾਂ ਦੇ ਚਟਾਕ ਵੇਖੇ। ਗੰਗਾ ਕਿਨਾਰੇ ਸੁੱਕਦੇ ਕੱਪੜਿਆਂ 'ਚੋਂ ਆਪਣੇ ਚੋਗਿਆਂ ਦੀ ਭਾਲ ਕੀਤੀ। ਜੋਗੀ, ਸੰਨਿਆਸੀ, ਤਪੀਏ, ਤਪੀਸਰ, ਬੈਸਨੋ, ਉਦਾਸੀ ਸਭ ਅੱਖਾਂ ਅੱਗਿਓਂ ਲੰਘ ਗਏ। ਫਿਰ ਨਵੀਂ ਜਗ੍ਹਾ ਤੋਂ ਧੀਮੀ ਧੀਮੀ ਰਬਾਬ ਦੀ ਆਵਾਜ਼ ਸੁਣਾਈ ਦਿੱਤੀ। ਮਰਦਾਨਾ ਬੜੀ ਮੁਸ਼ਕਿਲ ਨਾਲ ਉਸ ਜਗ੍ਹਾ ਪਹੁੰਚਿਆ।
ਲੋਕ ਆਲੇ ਦੁਆਲੇ ਘੇਰਾ ਬਣਾ ਕੇ ਖੜੇ ਸਨ। ਵਿਚਕਾਰ ਫਕੀਰ ਬੈਠੇ ਸਨ। ਬਾਬਾ ਕਦੇ ਗਾਉਂਦਾ, ਕਦੇ ਗਾਉਣ ਦੇ ਅਰਥ ਕਰਕੇ ਸੁਣਾਉਂਦਾ। ਜਦੋਂ ਵਾਪਸ ਮੁੜੇ ਤਾਂ ਪਹਿਲਾ ਪਹਿਰ ਬੀਤ ਚੁੱਕਾ ਸੀ। ਲੋਕ ਆਲੇ ਦੁਆਲੇ ਖੜੇ ਸਨ। ਫਕੀਰਾਂ ਦੀ ਮੰਡਲੀ ਵਿਚਕਾਰ ਬੈਠੀ ਸੀ। ਵੇਦਾਂ, ਸ਼ਾਸਤਰਾਂ, ਪੁਰਾਣਾਂ ਦੇ ਭਾਰੇ ਭਾਰੇ ਸ਼ਬਦਾਂ ਦੇ ਅਰਥ ਤਰਲ ਹੋ ਕੇ ਬਾਬੇ ਦੀ ਆਵਾਜ਼ 'ਚ ਤੈਰ ਰਹੇ ਸਨ। ਧੁਨੀਆਂ ਨੇ ਅਰਥਾਂ ਦੇ ਸੁਭਾਅ ਨੂੰ ਆਪਣੇ ਨਾਲ ਤੋਰ ਲਿਆ ਸੀ। ਇਹ ਹਰ ਕੀ ਪੌੜੀ ਤੋਂ ਅੱਧਾ ਕੋਹ ਦੂਰ ਇੱਕ ਸੁੰਨਸਾਨ ਜਗ੍ਹਾ ਸੀ, ਜਿਹਦੇ ਪਿੱਛੇ ਦਲਦਲੀ, ਸਰਕੰਡੇ ਤੇ ਨੜੀ, ਅੱਕ, ਟੱਕ, ਕਾਹੀ, ਦਿੱਬ ਤੇ ਝੂੰਡ ਖੜੇ ਸੀ। ਪਰ ਦੁਪਹਿਰ ਹੁੰਦਿਆਂ ਉਹਨਾਂ ਦੇ ਆਸ-ਪਾਸ ਖਾਸ ਰੌਣਕ ਆ ਪਹੁੰਚੀ ਸੀ। ਸਭ ਸਾਧਾਂ ਦੇ ਗਧੇ ਵਿਹਲੇ ਹੋ ਕੇ ਇਸ ਜਗ੍ਹਾ ਚੁਗ ਰਹੇ ਸਨ। ਲੋਕ ਆਪਣੀਆਂ ਘਰੇਲੂ ਗੱਲਾਂ 'ਚ ਮਸਤ ਸਨ, ਪਰ ਮਰਦਾਨੇ ਦੀ ਨਜ਼ਰ ਇੱਕ ਘੁਮੰਤਰੂ ਟੋਲੇ 'ਤੇ ਪਈ। ਇੱਕ ਵੇਸਵਾ ਫਟੇ ਹੋਏ ਕੰਨਾਂ ਨੂੰ ਟਾਂਕੇ ਲਵਾ ਰਹੀ ਸੀ। ਕੰਨਾਂ 'ਚੋਂ ਤ੍ਰਿਪ-ਤ੍ਰਿਪ ਚੋਂਦੇ ਖੂਨ ਨੂੰ ਉਹ ਹਥੇਲੀਆਂ ਨਾਲ ਰੋਕਦੀ ਤਾਂ ਜੋ ਕੱਪੜੇ ਨਾ ਰੰਗੇ ਜਾਣ। ਅਜਿਹੇ ਗਾਹਕਾਂ ਕੋਲ ਤੁਸੀਂ ਜਾਂਦੀਆਂ ਕਿਉਂ ਪੁੱਤ? ਟਾਂਕੇ ਲਾਉਂਦੀ ਬੁੱਢੀ ਦਿਲਾਸੇ ਦੇ ਰਹੀ ਸੀ। ਪਰੇ ਹੋ ਕੇ ਬੈਠੋ। ਵਾਲਾਂ ਦੇ ਗੁੱਛਿਆਂ ਨਾਲ ਭਰੇ ਕੰਨਾਂ ਵਾਲੇ ਇੱਕ ਸਾਧ ਨੇ ਕ੍ਰੋਧ ਨਾਲ ਬਾਂਹ ਚੁੱਕੀ। ਅਜਿਹੀਆਂ ਆਵਾਜ਼ਾਂ ਦੀਆਂ ਉਹ ਆਦੀ ਸਨ। ਉਹਨਾਂ ਸਾਧ ਵੱਲ ਨਜ਼ਰ ਚੁੱਕ ਕੇ ਵੀ ਨਹੀਂ ਵੇਖਿਆ। ਮੈਂ ਮੰਗ ਕੇ ਖਾਣ ਵਾਲਾ ਸਾਧ ਨਹੀਂ। ਇਹ ਤਾਂ ਤੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਬੁੱਢੀ ਨੇ ਹਥੇਲੀ ਉੱਪਰੋਂ ਖੂਨ ਧਰਤੀ 'ਤੇ ਟੇਢਾ ਕਰਤਾ। ਇਹ ਹੁਣ ਕਿਸੇ ਕੰਮ ਦਾ ਵੀ ਨਹੀਂ ਸੀ, ਪਰ ਉਹਦੇ ਕੰਨ ਹਾਲੇ ਵੀ ਖੂਨ ਨਾਲ ਗਿੱਲੇ ਸਨ। ਮਰਦਾਨਾ ਉੱਠ ਕੇ ਖੜਾ ਹੋਇਆ। ਬਾਬਾ ਅੱਖਾਂ ਮੀਟ ਸਿੱਧਾ ਪਿਆ ਸੀ। ਮਰਦਾਨਾ ਚੁੱਪਚਾਪ ਗੰਗਾ ਕਿਨਾਰੇ ਤੁਰਦਾ ਗਿਆ। ਚਿਲਮਾਂ ਦੇ ਧੂਏ, ਗਾਂਜੇ ਦੀ ਸੁਗੰਧ ਗਲ 'ਚ, ਬਰਗੂ ਸਿੰਗੀ ਬਗਲ 'ਚ, ਗਊ ਦੁਮ ਸਰਾਣੇ ਅਜਿਹੇ ਕਿੰਨੇ ਚਿਹਰੇ ਕਿਨਾਰੇ 'ਤੇ ਨਜ਼ਰ ਆ ਰਹੇ ਸਨ। ਇੱਕ ਨਾਂਗੀ ਸਾਧਾਂ ਦੀ ਢਾਣੀ ਕਿਸੇ ਨਾਲ ਬਹਿਸ ਰਹੀ ਸੀ। ਅਸੀਂ ਸਭ ਨੰਗੇ ਨਹੀਂ ਹਾਂ, ਅਸੀਂ ਨਾਂਗੇ ਹਾਂ। ਇਹਨਾਂ ਕ੍ਰੋਧੀ ਆਵਾਜ਼ਾਂ 'ਚੋਂ ਜਜ਼ਮਾਨਾਂ ਦੀਆਂ ਬੰਸਾਵਲੀਆਂ ਪੜ੍ਹਦੇ ਪਾਂਡਿਆਂ ਦੀ ਆਵਾਜ਼ ਸੁਣਦੀ। ਪਰ ਜੇ ਬਾਬਾ ਨਾਲ ਹੁੰਦਾ ਤਾਂ ਉਹ ਜ਼ਰੂਰ ਪੁੱਛਦਾ, ਸੰਪਰਦਾਵਾਂ ਹੀ ਸੰਪਰਦਾਵਾਂ ਨੇ, ਫਕੀਰ ਕਿੱਥੇ ਹੈ ਬਾਬਾ? ਪਰ ਹੁਣ ਸਾਹਮਣੇ ਵੇਖ ਕੇ ਤੁਰਨਾ ਪੈਣਾ ਸੀ। ਭੀੜ ਬਹੁਤ ਜ਼ਿਆਦਾ ਸੀ। ਲੋਕ ਤਾਂ ਖਹਿ ਕੇ ਲੰਘ ਜਾਂਦੇ ਸਨ, ਪਰ ਕਿਸੇ ਭਗਵੇ ਨਾਲ ਖਹਿਣ 'ਤੇ ਇੱਕ ਕ੍ਰੋਧੀ ਆਵਾਜ਼ ਸੁਣਦੀ। ਉਹ ਅਕਸਰ ਤੁਰਦੇ ਵੇਲੇ ਭਗਵਿਆਂ ਤੋਂ ਲੋਕਾਂ ਵੱਲ ਸਰਕਦਾ। ਸਰਾਂ ਅੱਗੇ ਰਾਸ ਲੀਲਾ ਚੱਲ ਰਹੀ ਸੀ। ਸਫ਼ਰਾਂ ਤੋਂ ਆਏ ਲੋਕ ਥਕਾਵਟ ਨੂੰ ਰੌਚਕਤਾ ਨਾਲ ਭੁਲਾ ਰਹੇ ਸਨ। ਪਰ ਮਰਦਾਨਾ ਅੱਗੇ ਲੰਘ ਗਿਆ। ਲਸਣ ਨਾਲ ਲਾਲ ਕੀਤੀਆਂ ਅੱਖਾਂ ਵਾਲਾ ਇੱਕ ਚਿਹਰਾ ਉਹਦੇ ਅੱਗੇ ਆਇਆ। ਹਿੰਦੂ ਹੈ ਜਾਂ ਮੁਸਲਮਾਨ? ਇਹ ਪ੍ਰਸ਼ਨ ਮਰਦਾਨਾ ਇੰਨੀ ਵਾਰ ਸੁਣ ਚੁੱਕਾ ਸੀ ਕਿ ਹੁਣ ਇਹਦਾ ਸਵਾਲ ਬਣਦਾ ਹੀ ਨਹੀਂ ਸੀ। ਉਹ ਚੁੱਪਚਾਪ ਅੱਗੇ ਲੰਘ ਗਿਆ। ਚੰਗਾ ਕੀਤਾ ਤੂੰ ਉੱਤਰ ਨਹੀਂ ਦਿੱਤਾ। ਪਿੱਛੇ ਮੁੜ ਕੇ ਵੇਖਣ ਦਾ ਕੋਈ ਫਾਇਦਾ ਨਹੀਂ ਸੀ। ਭੀੜ ਬਹੁਤ ਜ਼ਿਆਦਾ ਸੀ। ਅੱਗੇ ਮੰਤਰਾਂ ਦਾ ਉਚਾਰਨ ਸੁਣਨ ਲੱਗਾ। ਦੋਵੇਂ ਪਾਸੇ ਸਿਵੇ ਮੱਘ ਰਹੇ ਸਨ। ਮੌਤ ਨੂੰ ਸਲਾਹਾਂ ਦਿੰਦੀਆਂ ਪ੍ਰਾਰਥਨਾਵਾਂ ਬਹੁਤ ਸੋਗੀ ਸਨ। ਉਹ ਬੁਝੇ ਹੋਏ ਅੰਗੀਠਿਆਂ ਵਿੱਚੋਂ ਰਾਹ ਬਣਾਉਂਦਾ ਸਾਹਮਣੇ ਪੌੜੀਆਂ ਵੱਲ ਗਿਆ, ਜਿੱਥੋਂ ਬਲਦੇ ਸਿਵਿਆਂ ਨੂੰ ਸੰਬੰਧੀ ਵੇਖ ਰਹੇ ਸਨ। ਇੱਥੇ ਇੱਕ ਜਾਣੀ ਪਛਾਣੀ ਆਵਾਜ਼ ਸੁਣੀ। ਇਹ ਸਫ਼ਰ 'ਚ ਮਿਲਿਆ ਉਹੀ ਫਕੀਰੀਆ ਪੰਡਤ ਸੀ ਜੋ ਪ੍ਰਾਣ ਤਿਆਗਣ ਲਈ ਇੱਥੇ ਆਇਆ ਸੀ। ਕਿਤੇ ਕਿਤੇ ਪੌੜੀਆਂ ਰੁੱਕ ਕੇ ਇੱਕ ਥੜਾ ਜਿਹਾ ਬਣਾ ਲੈਂਦੀਆਂ ਸੀ, ਜਿੱਥੇ ਕੋਈ ਉਦਾਸ ਪਰਿਵਾਰ ਇਕੱਠੇ ਬੈਠਿਆ ਦਿਸਦਾ। ਮਰਦਾਨੇ ਨੇ ਇੱਕ ਵਾਰੀ ਫਿਰ ਮਘਦੇ ਅੰਗੀਠਿਆਂ ਦੇ ਧੂਏ ਵੱਲ ਵੇਖਿਆ। ਸਾਰੀ ਦਿਸ਼ਾ ਹਵਾ ਦੇ ਹੱਥ 'ਚ ਸੀ। ਪੰਡਤ ਨੇ ਆਪਣੇ ਵੱਲ ਆਉਂਦੇ ਧੂਏ ਨੂੰ ਵੇਖ ਕੇ ਬੋਲਣਾ ਸ਼ੁਰੂ ਕਰਤਾ। ਕੱਲ੍ਹ ਬੇਰੌਣਕੇ ਜਿਹੇ ਰਸਤੇ ਦਿਸਣ ਲੱਗ ਪਏ ਸੀ। ਅੱਜ ਸਵੇਰੇ ਫੇਰ ਘਰ ਦੀਆਂ ਝਲਕਾਂ ਦਿਸਣ ਲੱਗ ਪਈਆਂ। ਬਸ ਅੰਗਿਆਰਾਂ ਦੇ ਢੇਰ ਉੱਪਰ ਬੈਠਾਂ ਕਦੇ ਮੈਂ ਮੌਤ ਦੀ ਪੈਂਦ ਬੈਠਦਾ, ਕਦੇ ਮੌਤ ਮੇਰੀ ਪੈਂਦ ਬੈਠ ਜਾਂਦੀ ਹੈ। ਹਵਾ ਦੇ ਜ਼ੋਰਦਾਰ ਬੁੱਲੇ ਨਾਲ ਸਭ ਧੂਏ ਦੀ ਲਪੇਟ 'ਚ ਆ ਗਏ। ਕਈਆਂ ਦੇ ਸਾਹ ਬੰਦ ਹੋਏ, ਕਈਆਂ ਨੂੰ ਹੁੱਥੂ ਚਿੜੇ। ਪਿਛਲੀਆਂ ਪੌੜੀਆਂ ਉੱਤੇ ਬਾਬੇ ਦੀ ਝਲਕ ਦਿਸੀ। ਬਾਬੇ ਕੋਲ ਬੈਠਾ ਕੋਈ ਬੋਲ ਰਿਹਾ ਸੀ। ਸਾਰੀ ਉਮਰ ਬੁੱਤ ਦਿਸਦੇ ਰਹੇ। ਜਦੋਂ ਬੁੱਤਾਂ ਨੂੰ ਤਰਾਸ਼ਣ ਦੀ ਆਵਾਜ਼ ਸੁਣਨ ਲੱਗੀ ਤਾਂ ਇੰਦਰੀਆਂ ਸਾਥ ਛੱਡਣ ਲੱਗ ਪਈਆਂ ਨੇ। ਕੁਝ ਸਿਵੇ ਹੌਲੀ-ਹੌਲੀ ਠੰਡੇ ਹੋ ਰਹੇ ਸਨ। ਵਾਰਸ ਕੋਲ ਜਾ ਕੇ ਅੱਗ ਨੂੰ ਠੋਕਰ ਮਾਰਦੇ ਤਾਂ ਜੋ ਕੋਈ ਅੰਗ ਬਾਕੀ ਨਾ ਰਹਿ ਜਾਏ। ਮਰਦਾਨੇ ਨੇ ਥੱਲੇ ਵਗਦੀ ਗੰਗਾ 'ਚ ਛੋਟੇ-ਛੋਟੇ ਆਕਾਰਾਂ ਨੂੰ ਤੈਰਦੇ ਅੱਗੇ ਲੰਘਦੇ ਵੇਖਿਆ। ਫਿਰ ਇਹਨਾਂ ਜਲਦੇ ਸਰੀਰਾਂ ਨੇ ਰਾਖ ਬਣ ਕੇ ਹਾਲੇ ਪਾਣੀ ਉੱਪਰ ਤੈਰਨਾ ਵੀ ਸੀ। ਮਰਦਾਨਾ ਚੁੱਪਚਾਪ ਬਾਬੇ ਕੋਲ ਬੈਠਾ ਰਿਹਾ। ਲਓ ਫਿਰ ਸੁਲਗ ਪਏ ਪ੍ਰਾਣ। ਔਖੇ ਸਾਹ ਲੈਂਦਾ ਬਿਰਧ ਫਕੀਰੀਆ ਹੋਰ ਵੀ ਖਿੱਚ ਗਿਆ। ਉਹਨੇ ਸਾਹਾਂ ਨੂੰ ਰੋਕ ਕੇ ਮੂੰਹ ਜ਼ੋਰ ਦੀ ਫੁਲਾਇਆ। ਇੰਨੀ ਦੇਰ ਦੇ ਬੈਠੇ ਹੋ, ਤੁਸੀਂ ਕਿਉਂ ਨਹੀਂ ਬੋਲਦੇ ਨਾਨਕ ਸ਼ਾਹ? ਇਹ ਤਾਂ ਪ੍ਰਾਣਾਂ ਨੂੰ ਵਿਦਾ ਕਰਨ ਦੀ ਵਿਧੀ ਨਹੀਂ ਹੈ। ਸਭ ਤੋਂ ਨੇੜੇ ਰਹੇ ਸੁਆਸਾਂ ਨਾਲ ਇਸ ਤਰ੍ਹਾਂ ਦਾ ਵਿਹਾਰ। ਫਿਰ ਕੋਈ ਉਪਾਅ ਦੱਸੋ ਮਹਾਰਿਸ਼ੀ। ਜਿਸ ਤੋਂ ਤੂੰ ਵਿਦਾ ਮੰਗ ਰਿਹਾ ਉਹ ਤਾਂ ਦੇਹ ਹੈ ਹੀ ਨਹੀਂ। ਹੁਣ ਮੈਂ ਖਿਆਲਾਂ ਨੂੰ ਕਿਵੇਂ ਪੁੱਛਾਂ ਕਿ ਤੁਹਾਡੀ ਯੋਜਨਾ ਕੀ ਹੈ?
ਸ਼ਾਮ ਦੀ ਵਾਛੜ ਨਾਲ ਲੋਕ ਇੱਧਰ ਉੱਧਰ ਜਾਣ ਲੱਗ ਪਏ। ਮਗਦੇ ਸਿਵਿਆਂ 'ਚ ਲਟ-ਲਟ ਬਲਦੀਆਂ ਦੇਹਾਂ ਥੋੜ੍ਹੀ ਦੇਰ ਲਈ ਧੂੰਏਂ 'ਚ ਘਿਰ ਗਈਆਂ। ਸ਼ਾਮ ਢਲ ਰਹੀ ਸੀ। ਕਿਤੇ-ਕਿਤੇ ਆਰਤੀ ਨਾਲ ਟੱਲੀਆਂ ਦੀ ਆਵਾਜ਼ ਸੁਣਨ ਲੱਗੀ। ਗੰਗਾ 'ਚ ਲੋਕ ਚਿਰਾਗ ਬਾਲ ਕੇ ਛੱਡ ਰਹੇ ਸਨ। ਹੌਲੀ-ਹੌਲੀ ਚੱਲਦੇ ਪਾਣੀ ਉੱਪਰ ਤੈਰਦੀ ਰੌਸ਼ਨੀ ਜ਼ਿੰਦਗੀ ਤੇ ਮੌਤ ਦੀ ਇਕਸਾਰਤਾ ਵਿਖਾਉਂਦੀ ਬਲਦੇ ਸਿਵਿਆਂ ਕੋਲੋਂ ਲੰਘਦੀ ਦਿਸ ਰਹੀ ਸੀ। ਫੁੱਲਾਂ ਨਾਲ ਢਕੀਆਂ ਨਵੀਆਂ ਅਰਥੀਆਂ ਪਹੁੰਚ ਰਹੀਆਂ ਸਨ। ਬਾਬਾ ਕਿਹਦਾ ਕੌਲ ਵੇਖਾਂ, ਕਿਸ ਨੂੰ ਕਿਵੇਂ ਵੇਖਾਂ? ਕਲੀਆਂ ਕੋਲ ਰੁੱਖ ਫੁੱਲ ਬਣਦਾ ਦਿਸੇਗਾ। ਉਹ ਵਾਪਸ ਆਪਣੇ ਟਿਕਾਣੇ ਵੱਲ ਆ ਰਹੇ ਸਨ। ਧੰਨਵਾਦ। ਚੱਲਦਾ।